ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ ਫਰਾਇਆ। ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ ਫਰਾਇਆ। ਸਾਰੇ ਜਿੱਤ ਲਏ ਗਿਆਨ ਚਰਚਾ ਨਾਲ। ਗਿਆਨ ਚਰਚਾ ਚੋਂ ਭੱਜ ਗਏ ਉਹ ਸਾਰੇ। ਜਿਹੜਾ ਗਿਆਨ ਜਿਹਦਾ ਜ਼ਿਆਦਾ ਸੀ ਉਹਨੂੰ ਰਾਜ ਮਿਲ ਜਾਂਦਾ ਸੀ। ਅੱਗੇ ਗਿਆਨ ਦੇ ਨਾਲ ਰਾਜ ਸੀ, ਤਪ ਕਰਦੇ ਸੀ, ਰਾਜ ਮਿਲ ਜਾਂਦਾ ਸੀ ਨਾ। ਇਹਨਾਂ ਦੀਆਂ ਕਹਾਣੀਆਂ ਨੇ ਇਹ। ਗੁਰੂ ਨਾਨਕ ਨੇ ਗਿਆਨ ਚਰਚਾ ਹੀ ਕੀਤੀ ਸੀ ਨਾ, ਤੇ ਰਾਜ ਕਾਇਮ ਨਹੀਂ ਕੀਤਾ। ਇਹੋ ਜਿਹਾ ਹੀ ਰਾਜ ਹੈ ਜਿਵੇਂ ਨਾਨਕ ਨੇ ਰਾਜ ਪੈਦਾ ਕੀਤਾ ਸੀ। ਧਰਮ ਦੀ ਦੁਨੀਆ 'ਚ ਰਾਜ, ਛਤਰ ਸਿੰਘਾਸਨ ਪ੍ਰਿਥਵੀ। ਗੁਰੂ ਅਰਜਨ ਕੋ ਦੇ ਆਇਓ। ਉਹ ਕਹਿੰਦਾ ਸੀ ਛਤਰ ਸਿੰਘਾਸਨ ਪ੍ਰਿਥਵੀ ਆਹੀ ਹੈ ਦੱਸਿਆ ਹੋਇਆ। ਇਹ ਸੰਸਾਰ ਦਾ ਰਾਜ ਦੀ ਗੱਲ ਨਹੀਂ ਹੈ। ਛਤਰ ਸਿੰਘਾਸਨ ਪ੍ਰਿਥਵੀ। ਅਰਜਨ ਨੂੰ ਕਿਹੜਾ ਛਤਰ ਸੀ, ਕਿਹੜਾ ਸਿੰਘਾਸਨ ਸੀ, ਕਿਹੜਾ ਰਾਜ ਸੀ, ਮੈਨੂੰ ਦੱਸੋ। ਉਸੇ ਰਾਜ ਦੀ ਗੱਲ ਕੀਤੀ ਹੋਈ ਹੈ। ਧਰਮ ਦੀ ਦੁਨੀਆ ਦੇ ਵਿੱਚ ਰਾਵਣ ਸਭ ਤੋਂ ਗਿਆਨਵਾਨ ਹੈ। ਉਦੋਂ ਰਾਵਣ ਦਾ ਰਾਜ ਹੈ, ਪੰਡਤ ਹੈ, ਬ੍ਰਾਹਮਣ ਹੈ, ਚਾਰੇ ਵੇਦ ਦਾ ਗਿਆਤਾ ਹੈ। ਰਿਸ਼ੀ ਮੁਨੀ ਕਹਿ ਚ ਦਿੱਤੇ ਹੋਏ ਨੇ। ਪਖੰਡਵਾਦੀ ਮੰਨਦਾ ਇਹਨਾਂ ਨੂੰ, ਦਿੱਤੇ ਹੋਏ ਨੇ, ਪਖੰਡਵਾਦ ਮੰਨਦਾ। ਹੁਣ ਜੇ ਤਾਂ ਰਿਸ਼ੀ ਮੰਨਦੇ ਨੇ, ਇੱਕ ਪਾਸੇ ਵੇਦ ਨੂੰ ਮੰਨਦੇ ਨੇ। ਜਦੋਂ ਰਾਵਣ ਨੂੰ ਮੰਨਦਾ ਉਹ ਪਏ ਨੂੰ, ਰਣ ਭੂਮੀ 'ਚ ਗਿਰੇ ਹੋਏ ਨੂੰ, ਰਾਮਚੰਦਰ ਕੇ ਚਾਰ ਵੇਦ ਦਾ ਗਿਆਤਾ ਤਾਂ ਗਿਆਨ ਲੈ ਤੇ ਗਿਆਨਵਾਨ ਤਾਂ ਉਹ ਸੀ। ਇਹਨਾਂ ਦੇ ਗੁਰੂ ਨੂੰ ਵੀ ਜ਼ਿਆਦਾ ਗਿਆਨਵਾਨ ਸੀ। ਬਹੁਤ ਗੱਲਾਂ ਨੇ ਥੱਲੇ ਪਈਆਂ ਦੱਬੀਆਂ ਹੋਈਆਂ। ਇਹ ਤਾਂ ਪ੍ਰਚਾਰ ਕਰਦੇ ਨਹੀਂ। ਗੁਰਮਤਿ ਇਹਨਾਂ ਦਾ ਪ੍ਰਚਾਰ ਕਰਦੀ ਸੀ, ਹਾਈਲਾਈਟ ਕਰਦੀ ਸੀ। ਗੁਰਮਤਿ ਨੇ ਕੀਤੇ ਹਾਈਲਾਈਟ। ਇਹ ਤਾਂ ਗੱਲਾਂ ਗੁਰੂ ਕਰਨਗੇ ਹਾਈਲਾਈਟ। ਜਵਾਬ ਇੱਕ ਵੀ ਨਹੀਂ ਇਹਨਾਂ ਕੋਲ। ਇਹ ਡਰੀ ਜਾਂਦੇ RSS ਤੇ। RSS ਖਾਜੂ ਤੁਹਾਨੂੰ, ਹੱਦ ਹੋ ਗਈ। ਸ਼ੇਰ ਵੀ ਡਰਦਾ ਹੁੰਦਾ, ਖਰਗੋਸ਼ਾਂ ਤੇ, ਕੁੱਤਿਆਂ ਤੇ, ਗਿੱਦੜਾਂ ਤੇ। ਸ਼ੇਰ ਨੂੰ ਕਾਹਦਾ ਡਰ ਹੈ? ਅਸਲ 'ਚ ਸੱਚ ਹੈ ਨਹੀਂ ਕੋਲ ਤਾਂ ਡਰਦੇ ਨੇ। RSS ਖਾਜੂ। ਸਿੱਖੀ ਹੋਵੇ ਤੁਹਾਡੇ ਕੋਲ, ਤੁਹਾਨੂੰ ਡਰ ਕਾਹਦਾ ਹੈ? ਉਹ ਨਹੀਂ ਕੁਛ ਹੈਗਾ ਤਾਂ ਡਰਦੇ ਨੇ। ਓਏ ਬਾਕੀ ਮੱਤਾਂ ਖਰਬੂਜੇ, ਕਕੜੀਆਂ। ਇਹ ਮੱਤ ਛੁਰੀ ਕਿਵੇਂ? ਛੁਰੀ ਵੀ ਕਹੇ ਜੀ। ਸੱਚ ਕੀ ਕਾਤੀ ਸੱਚ ਸਭ ਸਾਰ, ਕਾੜ ਤਿਸ ਕੀ ਅਪਰ ਅਪਾਰ। ਇਹ ਉਹ ਛੁਰੀ ਹੈ ਜਿਹੜੀ ਸੱਚ ਦੀ ਉਹ ਬਣੀ ਹੋਈ ਹੈ। ਉਹ ਮੱਤਾਂ ਸਾਰੀਆਂ ਝੂਠਦੀਆਂ। ਉਹ ਛੁਰੀ ਤੇ ਖਰਬੂਜਾ ਜਿਹੜਾ, ਕਕੜੀ ਗਿਰ ਜਾ, ਆਲੂ ਗਿਰ ਜਾ, ਕੁਛ ਗਿਰ ਜਾ, ਛੁਰੀ ਮੁੱਕੀ ਹੋਣਾ। ਛੁਰੀ ਨੂੰ ਤਾਂ ਵੱਢ ਦੇਣਾ ਉਹਨੂੰ। ਤੁਸੀਂ ਕਾਹਦੇ ਡਰਦੇ ਹੋ? ਕੁਛ ਹੈ ਨਹੀਂ ਕੋਲ ਤਾਂ ਡਰਦੇ ਨੇ। ਪੱਲੇ ਕੁਛ ਨਹੀਂ ਕਿਸੇ ਦੇ ਹੈਗਾ, ਤਾਂ ਵੀ ਤਾਂ ਦਸਤਾਰ ਮੁਕਾਬਲੇ। ਹੋਰ ਕੀ ਕਰਦੇ ਨੇ? ਹੋਰ ਕੀ ਕਰਨਗੇ? ਕੇਸ ਰੱਖ ਲਓ, 5000 ਰੁਪਈਆ ਦੇਵਾਂਗੇ। ਉਹ ਰੁਪਈਆ ਤਾਂ ਅਸਲ 'ਚ ਇਹਦੀ ਆੜ 'ਚ ਹੋਰ ਇਕੱਠੇ ਕਰਨੇ ਨੇ ਆਪ। ਉਹ ਬਚਾਉਣੇ ਨੇ, ਕਿਹੜਾ ਕਿਸੇ ਨੂੰ ਹਿਸਾਬ ਦੇਣਾ। ਇਹ ਤਾਂ ਨਵੇਂ ਢਕਵੰਜ ਖੜੇ ਕਰਦੇ ਨੇ ਇਹ। ਉਹ ਜਿਹੜਾ ਲੋਭ ਦੇ ਸਿਰ ਤੇ ਧਰਮ ਉਹ ਕਾਇਦਨ ਚੱਲੂ ਤੁਹਾਡਾ। ਗੁਰਬਾਣੀ ਕਹਿੰਦੇ ਲੋਭੀ ਕਾ ਬਸਾਨਾ ਕੀਜਾ। ਤੁਸੀਂ ਲੋਭ ਦੇ ਵਿੱਚ ਲਿਆ ਕੇ ਧਾਰਮਿਕ ਬਣਾ ਰਹੇ ਹੋ ਬੰਦਿਆਂ ਨੂੰ ਪੈਸਿਆਂ ਨਾਲ। ਪੱਲੇ ਕੁਛ ਨਹੀਂ ਕਿਸੇ ਦੇ ਹੈਗਾ ਅਸਲ 'ਚ। ਦੀਵਾਲੀਆ ਹੈ ਸਾਰੀ ਸਿੱਖੀ ਤੋਂ, ਦੀਵਾਲੀ ਨੇ ਸਭ। ਚੌਧਰਾਂ ਨੂੰ ਦੇ ਭੁੱਖੇ ਨੇ। ਗੱਲ ਚੌਧਰਾਂ ਦੀ ਔਰ ਕੁਛ ਨਹੀਂ ਹੈ। ਪੱਲੇ ਪੁੱਲੇ ਕੁਛ ਨਹੀਂ ਕਿਸੇ ਦੇ। ਜਾਂ ਫਿਰ ਕੋਈ ਪਖੰਡ ਬਣਾ ਕੇ ਪੈਸੇ ਇਕੱਠੇ ਕਰੀਏ। ਕੋਈ ਅੱਤਵਾਦ ਦੇ ਨਾਂ ਤੇ, ਕੋਈ ਜੇਲ੍ਹ 'ਚ ਮੁੰਡੇ ਬੈਠੇ ਨੇ ਉਹਨਾਂ ਦੇ ਨਾਂ ਤੇ ਬਾਹਰੋਂ ਲੈ ਆਉਂਦੇ ਨੇ ਇਕੱਠੇ। ਇਹ ਬੜਾ ਸਿਰਫ ਪੈਸਾ ਇਕੱਠਾ ਕਰਨਾ, ਹੋਰ ਕੁਛ ਨਹੀਂ ਹੈ। ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ। ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ ਫਰਾਇਆ। ਛਤਰ ਫਰਾਇਆ ਨਾ ਨਾਨਕ ਨੇ। ਉਹੀ ਛਤਰ ਸਿੰਘਾਸਨ ਪ੍ਰਿਥਵੀ ਨਾਨਕ ਕੋ ਦੇ ਆਇਓ। ਗੁਰੂ ਅਰਜਨ ਕੋ ਦੇ ਆਇਓ। ਪਹਿਲਾਂ ਉਹਨੂੰ ਦਿੱਤਾ ਲੈਣੇ ਨੂੰ। ਮਤ ਗੁਰ ਆਤਮਦੇਵ ਦੀ ਖੜਗ ਜੋਰ ਪਰਾ ਕੋਈ ਜੀ ਦੇ। ਉਹਨੂੰ ਖੜਗ ਦੇਤੀ ਤਲਵਾਰ। ਉਹ ਖਰਬੂਜੇ ਕਕੜੀਆਂ ਨੂੰ ਵੱਢ ਸਿੱਟੂ। ਉਹ ਨੇੜੇ ਆਉਣਗੀਆਂ ਉਹਦੇ ਤਲਵਾਰ ਦੇ। ਕਹਿੰਦਾ ਲੈ ਵੀ ਇਕੱਠੇ ਪਾ ਦਿੰਦੇ ਆਪਾਂ ਇੱਕ ਡਰਮ ਦੇ ਵਿੱਚ। ਡਰਮ ਨੂੰ ਦਿੰਦੇ ਘੁਮਾ। ਮੈਂ ਪਾ ਦਿੰਦਾ ਨੰਗੀ ਤਲਵਾਰ, ਤੁਸੀਂ ਆਪਣੀਆਂ ਮੱਤਾਂ ਪਾ ਦਿਓ।
ਉਹ ਕਦੇ ਨਹੀਂ ਪਾਉਂਦੇ, ਉਹ ਕਹਿੰਦੇ ਮਰਨਾ, ਤਲਵਾਰ ਨੂੰ ਕੀ ਹੋਣਾ, ਸਾਡਾ ਤਾਂ ਕੱਖ ਨਹੀਂ ਰਹਿਣਾ। ਹੋਵੇ ਸਹੀ ਕੁਛ ਕੋਲ, ਹੈ ਉਹ ਨਹੀਂ ਕਿਸੇ ਦੇ ਕੋਲ ਕੁਛ। ਦਿੱਤਾ ਇੰਦਰ ਨਿਕਾਲ ਕੈ ਤਿਨ ਗਿਰ ਕੈਲਾਸ਼ ਤਕਾਇਆ। ਇੰਦਰ ਕੱਢਤਾ, ਉਦੋਂ ਭਜਾਤਾ, ਕੈਲਾਸ਼ ਪਰਬਤ ਤੇ ਚਲਿਆ ਗਿਆ। ਉਹ ਕਹਿੰਦੇ ਜਾ ਚਲਿਆ ਜਾ, ਤਪ ਕਰ, ਜਾ ਕੇ ਭਗਤੀ ਕਰ। ਆ ਭਗਤੀ ਤਾਂ ਤੇਰੀ ਖੋਟੀ ਹੈ, ਸਾਬਤ ਕਰਤੀ ਗਿਆਨ ਨਹੀਂ ਹੈ। ਜਾ ਕੇ ਤਪ ਕਰ, ਜਾ ਕੇ। ਹੁਣ ਫਿਰ ਜਾ ਕੇ ਤਪ ਕਰਕੇ ਟੋੜਦੇ ਫਿਰਦੇ ਨੇ, ਭਗਤੀ ਕਰਨ ਨੂੰ ਭੇਜਤਾ। ਕੈਲਾਸ਼ ਖੋਲਿਆ ਉਤੇ ਨਾ, ਇੰਦਰ ਦਾ ਰਾਜ ਖੋਲਿਆ। ਇੰਦਰ ਇੱਥੇ ਦੇ ਰਾਜ ਨੂੰ ਕਹਿੰਦੇ ਸੀ ਆ ਜਿਹੜਾ ਹੈਗਾ ਨੇਪਾਲ, ਉੱਪਰ ਚੜ੍ਹਦਾ ਪਹਾੜਾਂ 'ਚ ਚਲਾ ਜਾ। ਪਬਲਿਕ ਸੀ ਮੰਦੀ, ਪਬਲਿਕ ਖਿਲਾਫ ਹੋ ਗਈ, ਜਾਂ ਪੱਲੇ ਕੁਝ ਨਹੀਂ ਹੈ। ਉਹ ਪਬਲਿਕ ਇੰਦਰਾਂ ਦੇ ਖਿਲਾਫ ਹੋ ਗਈ ਸੀ। ਪਬਲਿਕ ਦਾ ਕੀ ਹੈ, ਪਬਲਿਕ ਜਿੰਨਾ ਚਿਰ ਵਿਸ਼ਵਾਸ ਕਰਦੀ ਹੈ, ਜਿੰਨੀ ਪੌੜੀ ਉੱਚੀ ਹੁੰਦੀ ਹੈ ਉਹਨਾਂ ਉੱਤੋਂ ਡਿੱਗਦਾ। ਵਜਦਾ ਕੱਖ ਨਹੀਂ ਹੈ। ਉਹ ਪਿਛਲੇ ਜਥੇਦਾਰ ਸੀਗੇ, ਕੋਈ ਪੁੱਛਦਾ ਹੈ, ਸਿਆਣਦਾ ਕੋਈ, ਕਿਹਨੂੰ ਸਿਆਣਦਾ? ਜਥੇਦਾਰ ਹੈਗੇ ਸੀ, ਕੋਈ ਨਹੀਂ ਸਿਆਣਦਾ, ਕਿਸੇ ਨੂੰ ਸਿਆਣਦਾ ਕੋਈ? ਪ੍ਰੋਫੈਸਰ ਦਰਸ਼ਨ ਸਿੰਘ ਤੁਰਿਆ ਫਿਰਦਾ, ਹੋਰ ਉਹ ਦੂਆ ਸੀ ਮਨਜੀਤ ਸਿੰਘ ਸੀਗਾ, ਕੇਵਲ ਸਿੰਘ ਸੀ। ਕੇਵਲ ਸਿੰਘ ਦੀ ਉਹ ਗਰਦਨ ਬੜੀ ਆਕੜੀ ਹੋਈ, ਉੱਥੇ ਜ਼ਿਆਦਾ ਆਇਆ ਆਪਣੇ। ਤੁਸੀਂ ਆਖਿਆ ਜੀ ਇਹ ਕੁਝ ਐਂ ਕਰਦੇ ਨੇ, ਮੈਂ ਤੂੰ ਮੇਰੇ ਨਾਲ ਗੱਲ ਕਰ ਲੈ, ਤੇਰੇ ਪੱਲੇ ਕੀ ਹੈ, ਤੂੰ ਦੱਸ ਤੇਰੇ ਪੱਲੇ ਕੀ ਹੈ। ਅਸੀਂ ਗੁਰਮਤਿ, ਤੁਸੀਂ ਸਾਬਤ ਕਰੋ ਗੁਰਮਤਿ ਦੇ ਖਿਲਾਫ ਹੈ ਕੋਈ ਗੱਲ ਸਾਡੀ। ਤੁਹਾਡੇ ਪੱਲੇ ਨਹੀਂ ਕੁਛ ਤਾਂ ਤੁਹਾਡੇ ਖਿਲਾਫ ਜਾਂਦੀ ਹੈ ਗੱਲ। ਮੇਰੇ ਨਾਲ ਕਰ ਚਰਚਾ, ਚੱਲ ਜਿੱਥੇ ਕਰਨੀ ਹੈ ਬਸ ਚੁੱਪ ਕਰਨ। ਪੱਲੇ ਕੀ ਹੋਣਾ ਸੀ? ਹੁਣ ਕੌਣ ਹੈ? ਕੋਈ ਕੁੱਤਾ ਨਹੀਂ ਭੌਂਕਦਾ, ਉਹ ਤੁਰਿਆ ਫਰੀ ਜਾ, ਪੁੱਛਦਾ ਕੋਈ? ਉਹ ਤਾਂ ਥਾਣੇਦਾਰ ਹੈ, ਜਿੰਨਾ ਚਿਰ ਹੈਗਾ ਲੱਗਿਆ ਹੋਇਆ। ਜਦ ਬਦਲੀ ਹੋ ਗਈ, ਉਹ ਪਰੇ ਦੀ ਲੰਘ ਜਾਂਦਾ, ਮੂੰਹ ਫੇਰ ਕੇ ਵੀ ਕੋਈ ਸਵਾਲ ਨਾ ਪਾ ਦੇਵੇ। ਜਿਹੜਾ ਇੱਥੇ ਹੈਗਾ ਇਹ, ਆਹ ਤਾਂ ਇਹਨਾਂ ਦੀ ਹਾਲਤ ਹੈ। ਜੇ ਇਹਨਾਂ ਦਾ ਆਪਣਾ ਜੀਵਨ ਹੋਵੇ ਤਾਂ ਅਵਸਥਾ ਉਹੋ ਜਿਹੀ ਰਹੇ। ਆਪਣਾ ਜੀਵਨ ਤਾਂ ਕੁਝ ਨਹੀਂ ਹੈ ਨਾ, ਆਪਣੇ ਜੀਵਨ ਨਾਲ ਤਾਂ ਕੋਈ ਉਹਨਾਂ ਦੀ ਪੋਜੀਸ਼ਨ ਨਹੀਂ ਮਿਲੀ। ਉਹਦਾ ਜੇਬ ਚੋਂ ਪਰਚੀ ਕੱਢੀ ਦੇ ਦਿੱਤਾ ਵੀ ਆ ਜਥੇਦਾਰ ਹੈ ਬਈ, ਚੱਲ। ਹਾਂਜੀ, ਦਿੱਤਾ ਇੰਦਰ ਨਿਕਾਲ ਕੈ ਤਿਨ ਗਿਰ ਕੈਲਾਸ਼ ਤਕਾਇਆ। ਡਰ ਕੇ ਹੱਥੋਂ ਦਾਨਵੀ ਗਿਰ ਕੈਲਾਸ਼ ਤਕਾਇਆ। ਕੈਲਾਸ਼ ਤੇ ਵੀ ਨਗਾ ਰੱਖ ਲਈ ਵੀ ਸ਼ਿਵ ਜੀ ਨੂੰ ਵੀ ਭਜਾਉਣਾ ਉੱਥੋਂ। ਇੰਦਰ ਤਾਂ ਕੱਢ ਦਿੱਤਾ, ਉਹਦੇ ਚਲੇਗਾ ਪਹਾੜ ਤੇ, ਪਹਾੜ ਤੇ ਵੀ ਇੱਥੋਂ ਵੀ ਭਜਾ ਦਈਏ ਇਹਨਾਂ ਨੂੰ। ਤਿਨ ਗਿਰ ਕੈਲਾਸ਼ ਤਕਾਇਆ। ਜਦ ਤਾਂ ਹੀ ਕਹਿੰਦੇ ਨੇ ਨਾ, ਜਿਹੜਾ ਕੈਲਾਸ਼ ਪਰਬਤ ਆਇਆ ਪਹਾੜ ਹੈ, ਦੇਵਤਿਆਂ ਦੀ ਭੂਮੀ ਹੈ। ਉਹ ਦੇਵਤੇ ਭਜਾ ਕੇ ਇੱਥੇ ਬਾੜੇ ਹੋਏ ਨੇ, ਜਦ ਹੀ ਥੱਲੇ ਉਤਰ ਨਹੀਂ ਦਿੰਦਾ ਇਹਨਾਂ ਨੂੰ ਕੋਈ। ਦੇਵ ਭੂਮੀ ਨਹੀਂ ਕਹਿੰਦੇ ਇਹਨੂੰ, ਆ ਲਿਖੀ ਹੋਈ ਹੈ, ਤਾਂ ਹੀ ਕਹਿੰਦੇ ਨੇ। ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਧਾਇਆ। ਡਰ ਕੇ ਹੱਥੋਂ ਦਾਨਵੀ, ਇੰਦਰ ਡਰਦਾ ਹੈ ਦਾਨਵਾਂ ਤੇ, ਵੀ ਇੱਥੇ ਬਣਾ ਜਾਣ, ਇੱਥੇ ਵੀ ਬੇਇੱਜ਼ਤੀ ਨਾ ਕਰ ਦੇਣ ਮੇਰੀ ਆ ਕੇ। ਸਰੀਰਕ ਤੌਰ ਤੇ ਜੰਗ 'ਚ ਵੀ ਤਕੜੇ ਸੀ, ਚਰਚਾ 'ਚ ਵੀ ਤਕੜੇ ਸੀ, ਦੋਵੇਂ ਪਾਸੇ ਤਕੜੇ ਸੀ। ਉਹ ਤਰਕਸ਼ੀਲ ਨੇ, ਬੋਲਣ ਦਿੰਦੇ ਨੇ ਕਿਸੇ ਨੂੰ। ਸੰਤਾਂ ਨੂੰ ਹੱਥ ਖੜੇ ਕਰ ਦਿੰਦੇ ਨੇ, ਸੰਤ ਜਾ ਆਉਂਦੇ ਨੇ। ਤਰਕਸ਼ੀਲਾਂ ਕੋਲ ਗੁਰਮਤਿ ਦਾ ਗਿਆਨ ਨਹੀਂ ਹੈ। ਜੇ ਗੁਰਮਤਿ ਦਾ ਗਿਆਨ ਹੁੰਦਾ ਇਹਨਾਂ ਨੂੰ ਵੀ ਵੱਟ ਪਾ ਲੈਂਦੇ। ਉਹ ਇਹ ਜਿਹੜੀਆਂ ਇਹਨਾਂ ਦੀਆਂ ਕਰਾਮਾਤਾਂ ਨੇ ਨਾ, ਉਹਨਾਂ ਨੂੰ ਨੰਗਾ ਕਰ ਸਕਦੇ ਨੇ। ਉਹ ਮਾਇਆ ਦਾ ਗਿਆਨ ਉਹਨਾਂ ਕੋਲ ਹੈਗਾ। ਜਿਹੜੀਆਂ ਹੇਰਾ ਫੇਰੀਆਂ ਨੇ ਮਾਇਆ ਦੀਆਂ, ਅੱਖ ਨੂੰ ਧੋਖਾ ਦੇਣ ਵਾਲੀ, ਉਹ ਫੜ ਲੈਂਦੇ ਨੇ। ਗੁਰਮਤਿ ਵਾਲੀ ਗੱਲ ਹੈ ਨਹੀਂ ਉਹਨਾਂ ਕੋਲ। ਜੇ ਇਹ ਹੋਵੇ ਫਿਰ ਸੋਨੇ ਦੇ ਸੁਹਾਗਾ। ਪਰ ਜਦ ਤਰਕਸ਼ੀਲ ਨੇ, ਤਰਕਸ਼ੀਲ ਛੇਤੀ ਮੰਨਣਗੇ ਗੁਰਮਤਿ ਨੂੰ, ਇਹਨਾਂ ਨੇ ਨਹੀਂ ਮੰਨਣਾ। ਮੰਨ ਲੈਣਗੇ ਗੁਰਮਤਿ ਨੂੰ, ਮੰਨਿਆ ਹੋਇਆ ਉਹਨਾਂ ਨੇ, ਮੰਨ ਗਏ ਗੁਰਮਤਿ ਨੂੰ ਤਰਕਸ਼ੀਲ ਵੀ ਹਾਂ ਇਹ ਗੱਲ ਠੀਕ ਹੈ। ਕਹਿੰਦੇ ਆਹ ਰੱਬ ਤਾਂ ਹੈਗਾ ਜਿਹੜਾ ਗੁਰਬਾਣੀ ਕਹਿੰਦੀ ਹੈ, ਪਰ ਜਿਹੜਾ ਇਹ ਕਹਿੰਦੇ ਨੇ ਉਹ ਨਹੀਂ ਹੈ। ਉਹ ਥਾਈ ਨਹੀਂ ਕਦੇ ਜਿਹੜਾ ਇਹ ਕਹਿੰਦੇ ਨੇ, ਉਹ ਤਾਂ ਇਹਨਾਂ ਦਾ ਫਰਜ਼ੀ ਬਣਾਇਆ ਹੋਇਆ। ਫਰਜ਼ੀ ਆਪਾਂ ਕੁਛ ਬਣਾ ਲਓ। ਫਰਜ਼ੀ ਕੋਈ ਇੱਥੇ ਥਾਣੇਦਾਰ ਬਣ ਜਾਂਦਾ, ਫਰਜ਼ੀ ਕੋਈ ਇੰਸਪੈਕਟਰ, ਫਰਜ਼ੀ ਕੋਈ DTO ਬਣ ਜਾਂਦਾ ਹੈ।
ਫਰਜੀ ਕੁਛ ਬਣ ਜੇ। ਫਰਜੀ ਜਿਹੜਾ ਬਣ ਜਾਂਦਾ ਫੜਿਆ ਵੀ ਜਾਂਦਾ। ਜੇ ਕੋਈ ਉਹਦੇ ਮਗਰ ਲੱਗ ਜਾਵੇ ਫੜਨ ਵਾਲਾ ਵੀ ਇਹਦੀ ਪਤਾ ਕਰੀਏ ਫਰਜੀ ਹੈ ਤਾਂ ਫਰਜੀ ਨੂੰ ਤਾਂ ਫੜਿਆ ਜਾਣਾ ਹੀ ਹੈ। ਜੇ ਖੋਜ ਕਰਕੇ ਮਗਰ ਲੱਗ ਜਾਵੇ ਉਹਦੇ ਫਰਜੀ ਤਾਂ ਨੰਗਾ ਹੋਏ ਜਾਣ, ਫੜਿਆ ਵੀ ਜਾਂਦਾ। ਉਹ ਫਰਜੀ ਫੜੇ ਜਾਣਗੇ। ਜਦ ਦੂਏ ਦੇ ਆ ਗਏ ਮੂਹਰੇ ਤਰਖੀਲ, ਫਿਰ ਮੂੰਹ ਭਰ ਡਿੱਗਣਗੇ। ਡਰ ਕੇ ਹੱਥੋਂ ਦਾਨਵੀ ਦਿਲੰਦਰ ਤਰਾਸ ਵਧਾਇਆ, ਪਾਸ ਦੁਰਗਾ ਦੇ ਇੰਦਰ ਆਇਆ। ਜਦੋਂ ਇਹੋ ਜਿਹੀ ਹਾਲਤ ਹੋ ਜਾਂਦੀ ਹੈ ਇਹਨਾਂ ਦੀ ਲੁਕਣ ਨੂੰ ਕਿਤੇ ਸਿਰ ਛਪਾਉਣ ਨੂੰ ਥੋਂ ਨਹੀਂ ਮਿਲਦਾ ਇਹਨਾਂ ਧਾਰਮਿਕ ਬੰਦਿਆਂ ਨੂੰ। ਫੇਰ ਇਹ ਬ੍ਰਹਮ ਗਿਆਨੀ ਕੋਲ ਜਾ ਕੇ ਮਿਹਨਤ ਕਰਦੇ ਨੇ ਵੀ ਹੁਣ ਤੂੰ ਮੂਹਰੇ ਹੋ। ਆਹ ਹੈ ਗੱਲ, ਪਹਿਲਾਂ ਇਹ ਆਪੇ ਵਿਰੋਧ ਕਰਦੇ ਹੁੰਦੇ ਨੇ। ਜਦੋਂ ਇਹਨਾਂ ਦੀ ਇਹੀ ਤੇ ਹੀ ਫਿਰ ਜਾਂਦੀ ਹੈ ਨਾ, ਕੋਈ ਇਹਨਾਂ ਨੂੰ ਬੋਲਣ ਨਹੀਂ ਦਿੰਦਾ, ਇਹ ਦਵਾਨੀ ਇਹਨਾਂ ਦੀ ਕੀਮਤ ਨਹੀਂ ਰਹਿੰਦੀ। ਫਿਰ ਇਹ ਗੋਡੇ ਟੇਕਦੇ ਨੇ ਜਾ ਕੇ, ਫਿਰ ਦੁਰਗਾ ਦੇ ਅੰਦਰ ਆਉਂਦਾ ਕੋਲ, ਫਿਰ ਗੁਰਮੁਖੋ ਜਾਂਦੇ ਨੇ ਵੀ ਹੁਣ ਤੂੰ ਮੂਹਰੇ ਹੋ। ਜਿਵੇਂ ਜਾਂ ਚਿੱਠੀ ਲਿਖੀ ਸੀ ਕੋਈ ਜਵਾਬ ਦਿਓ ਕਾਲੇ ਬਗਾਨੇ ਦਾ, ਉਦੋਂ ਗੋਡੇ ਟੇਕ ਦਿੱਤੇ ਸਾਰਿਆਂ ਨੇ ਇਹਨਾਂ ਨੇ। ਮੈਂ ਲਿਖਦਾ ਨਹੀਂ ਸੀ, ਮੈਂ ਕਿਹਾ ਮੈਂ ਨਹੀਂ ਲਿਖਣਾ। ਉਹ ਤਾਂ ਚਮਕੌਰ ਸਿੰਘ ਆ ਗਿਆ, ਉਹ ਕਹਿੰਦਾ ਮੈਂ ਹੁਣ ਵਾਅਦਾ ਕਰਕੇ ਆਇਆ, ਤੁਸੀਂ ਲਿਖ ਦਿਓ। ਲਿਖ, ਮੇਰੀ ਤਾਂ ਸਲਾਹ ਨਹੀਂ ਸੀ ਲਿਖਣ ਦੀ। ਮੈਂ ਕਿਹਾ ਇਹਨਾਂ ਦੀ ਝੰਡ ਹੋ ਲਵੇ ਪੂਰੀ। ਉਹ ਤੁਹਾਡੇ 'ਚ ਕੀ ਹੈ, ਤੁਹਾਡਾ ਨੰਗਨ ਜ਼ਾਹਰ ਹੋ ਜਵੇ। ਚਲੋ ਫਿਰ ਲਿਖ ਦਿੱਤਾ। ਮੈਨੂੰ ਪਤਾ ਵੀ ਨੰਗਦਾ ਜਾਂ ਮਰਜ਼ੀ ਜ਼ਾਹਰ ਕਰ ਦਈਏ, ਜਦ ਮਰਜ਼ੀ ਕਰ ਦਈਏ। ਫਿਰ ਉਹ ਜਹੇਦਾਰ ਨੂੰ ਕਿਹਾ, ਜਿਹੜਾ ਹਜ਼ੂਰ ਸਾਹਿਬ ਵਾਲਾ ਫਿਰਦਾ ਸੀ, ਬਈ ਤੁਸੀਂ ਜਿਹੜਾ ਚੁੱਪ ਕਰੇ ਹੋਏ ਹੋ ਨਾ, ਦਸਮ ਗ੍ਰੰਥ ਤੇ ਬੋਲਦੇ ਨਹੀਂ, ਇਹ ਤੁਹਾਡੀ ਚੁੱਪੀ ਝੂਠਾ ਸਾਬਤ ਕਰਦੀ ਹੈ ਸਾਨੂੰ, ਸਾਡੀ ਬੇਇੱਜ਼ਤੀ ਹੁੰਦੀ ਹੈ। ਇਹ ਉਹ ਝੂਠੇ ਪੱਲੇ ਕੁਛ ਨਹੀਂ, ਤੁਸੀਂ ਚੁੱਪ ਕਰਦੇ, ਸਾਡੀ ਬੇਇੱਜ਼ਤੀ ਹੁੰਦੀ ਹੈ। ਅੱਜ ਲੋਕ ਇਹ ਸਮਝਣਗੇ ਉਹ ਝੂਠੇ ਵੀ ਸੱਚੇ ਨੇ, ਤੁਸੀਂ ਸੱਚੇ ਵੀ ਝੂਠੇ ਹੋ। ਤੁਸੀਂ ਸੱਚੇ ਝੂਠੇ ਹੋ, ਉਹ ਝੂਠੇ ਵੀ ਸੱਚੇ ਨੇ। ਕਿ ਤੁਸੀਂ ਜਵਾਬ ਨਹੀਂ ਦਿੰਦੇ, ਬੋਲੀ ਜਾਂਦੇ ਟੈਂ ਟੈਂ। ਜੇ ਤੁਹਾਡੇ ਕੋਲ ਜਵਾਬ ਨਹੀਂ ਆਏਗਾ, ਜਵਾਬ ਅਸੀਂ ਦਿੰਦੇ ਹਾਂ ਮੈਦਾਨ 'ਚ, ਅਸੀਂ ਹੋਣੇ ਤੁਹਾਡੀ ਤਰਫ ਤੇ। ਉਹਨਾਂ ਨੂੰ ਪਤਾ ਸੀ ਵੀ ਜੇ ਇਹ ਆ ਗਏ ਸਾਡੇ ਪੱਲੇ ਕੱਖ ਨਹੀਂ, ਸਾਨੂੰ ਲੋਕ ਪਿੱਛੇ ਕਰ ਦੇਣਗੇ, ਫੇਰ ਸਾਡੀ ਮੌਤ ਹੈ। ਗੱਲ ਤਾਂ ਉੱਥੇ ਹੀ ਆ ਗਈ ਨਾ, ਮੌਤ ਤਾਂ ਆਪਣੀ ਤੇ ਡਰਦੇ ਨੇ। ਟਾਲ ਗਿਆ ਗੱਲ ਨੂੰ, ਅਸੀਂ ਕਿਹਾ ਕੋਈ ਨਹੀਂ ਟਾਲ ਲੈ, ਅਨੰਗ ਜਾਣਦਾ ਤੁਹਾਡਾ 400 ਸਾਲਾਂ, ਫਿਰ ਦੱਸਦੇ ਹਾਂ ਤੁਹਾਨੂੰ ਪਤਾ। 300 ਸਾਲਾਂ ਸੀ ਨਾ, ਹਾਂ 300 ਸਾਲਾਂ ਲੰਘ ਲੈਣ ਦੇ, 300 ਸਾਲਾਂ ਚੰਗੀ ਤਰ੍ਹਾਂ ਮਨਾ ਲੈਣ ਸਾਰੇ। ਕਾਹਨੂੰ ਵਿੱਚ ਬੀਜ ਲੇਖਾ ਪਾਉਣਾ, ਸਾਰੇ ਕਹਿਣਗੇ ਪਹਿਲਾਂ ਹੀ ਰੌਲਾ ਪਾਤਾ। ਇਹ ਮੰਨ ਲੈਣ ਦੋ, ਗੁਰਪੁਰਬ ਹੈ ਬੜਾ, ਸੰਗਤ ਹੈ, ਚਲੋ ਸੰਗਤ ਦਾ ਤਾਂ ਕੋਈ ਕਸੂਰ ਨਹੀਂ। ਸੰਗਤ ਕਹੂਗੀ ਵੀ ਤੁਸੀਂ ਵਿੱਚ ਖੱਟਾ ਪਾਤਾ, ਪਹਿਲਾਂ ਹੀ ਬੀਜ ਦਾ ਲੇਖਾ ਪਾਤਾ, ਕਾਂਜੀ ਘੋਲਤੀ ਵਿੱਚ, ਕਾਹਨੂੰ ਘੋਲਣੀ। ਬਾਅਦ 'ਚ ਪੁੱਛਾਂਗੇ ਇਹਨਾਂ ਨੂੰ ਵੀ ਆਓ ਹੁਣ ਮੈਦਾਨ 'ਚ ਆਓ। ਤੁਸੀਂ ਇਹ ਜਿਹੜੇ ਕੰਮ ਫੜੇ ਹੋਏ ਨੇ, ਕਿਉਂ ਫੜੇ ਹੋਏ ਨੇ? ਸੱਚ ਨੂੰ ਕਿਉਂ ਨਹੀਂ ਪ੍ਰਗਟ ਹੋਣ ਦਿੰਦੇ? ਟੈਲੀਵਿਜ਼ਨ ਤੇ ਗੱਲ ਕਰੋ, ਸਾਡੇ ਨਾਲ ਮੈਦਾਨ 'ਚ ਸੰਗਤ 'ਚ ਗੱਲ ਕਰੋ, ਅਸੀਂ ਬੰਦ ਕਮਰੇ 'ਚ ਗੱਲ ਨਹੀਂ ਕਰਨੀ ਹੈ। ਤੁਸੀਂ ਦੱਸੋ ਕਿਉਂ ਵਿਰੁੱਧ ਹੋ, ਗੁਰਮਤਿ ਤੋਂ ਕਿਉਂ ਵਿਰੁੱਧ ਹੋ? ਇੰਨੀ ਗੋਲਕ ਕਾਹਦੇ ਵਾਸਤੇ ਹੈ? ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਗੋਲਕ ਖਾਈ ਜਾਂਦੇ ਹੋ, ਗੁਰਮਤਿ ਦੇ ਵਿਰੁੱਧ। ਗੁਰਮਤਿ ਨੂੰ ਦੱਬਣ ਵਾਸਤੇ, ਗੁਰਮਤਿ ਨੂੰ ਕਰਾਹੇ ਪਾਉਣ ਵਾਸਤੇ ਗੋਲਕ ਹੈ ਗੁਰੂ ਦੀ। ਇਹਦਾ ਜਵਾਬ ਦੇ ਦਿਓ। ਜਾਣ ਬੁੱਝ ਕੇ ਕਰਦੇ ਹੋ ਜਾਂ ਤੁਹਾਨੂੰ ਪਤਾ ਹੀ ਨਹੀਂ? ਜੇ ਪਤਾ ਨਹੀਂ, ਚਲੋ ਨਹੀਂ ਠੀਕ ਹੈ, ਚਲੋ ਹੁਣ ਕਰੀਏ। ਜੇ ਪਤਾ ਨਹੀਂ ਲੱਗਿਆ, ਹੁਣ ਕਰ ਲੈਂਦੇ ਆਪਾਂ ਸਿੱਧਾ ਪ੍ਰਚਾਰ। ਜਾਂ ਤੁਸੀਂ ਦੱਸੋ ਵੀ ਇਹ ਸਿੱਧਾ ਹੈ ਨਹੀਂ ਪ੍ਰਚਾਰ, ਇਹ ਦੱਸੋ, ਡਿਸਕਸ ਕਰੋ ਸਾਰੇ ਬੈਠ ਕੇ। ਹਾਂਜੀ। ਪੌੜੀ। ਇੱਕ ਦਿਹਾੜੇ ਨਹਾਵਣ ਆਈ ਦੁਰਗਸ਼ਾਹ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ। ਇੱਕ ਦਿਨ ਕਿਤੇ ਗੁਰਮੁਖ ਆ ਗਿਆ ਬਾਹਰ, ਉਹਨੂੰ ਮਿਲ ਗਿਆ ਇਸ਼ਨਾਨ ਕਰਨ ਕਿਸੇ, ਉਹ ਤਾਂ ਕਿਤੇ, ਚਲੋ ਇਹ ਤਾਂ ਕਹਾਣੀ ਸੁਣਾਈ ਹੈ ਉਹਨਾਂ ਨੇ ਇਸ ਤਰੀਕੇ ਨਾਲ, ਜਿਵੇਂ ਉਹਨਾਂ ਦੀ ਦੁਰਗਾ ਲੁਕੀ ਹੁੰਦੀ ਹੈ ਨਾ, ਪ੍ਰਗਟ ਹੁੰਦੀ ਹੈ। ਇੱਕ ਦਿਹਾੜੇ ਨਹਾਵਣ ਆਈ ਦੁਰਗਸ਼ਾਹ, ਉੱਥੇ ਪਹਾੜਾਂ ਦੇ ਵਿੱਚ ਕਿਤੇ ਕੋਈ ਗੁਰਮੁਖ ਆ ਗਿਆ, ਮਿਲ ਗਿਆ ਕਿਸੇ। ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ। ਉਹਨੇ ਕਿਹਾ, ਇੰਦਰਾ ਕੀ ਹਾਲ ਹੈ, ਇੱਥੇ ਲੁਕਿਆ ਹੈ, ਕੀ ਗੱਲ ਹੈ, ਰਾਜ ਕਿੱਥੇ ਗਿਆ? ਉਹਨੇ ਫਿਰ ਸੁਣਾਈ, ਛੇੜ ਤਾਂ ਆਪ ਲਿਆ।
ਇਹ ਹੁਣ ਕੀ ਹਾਲ ਹੈ? ਜਦ ਤਾਂ ਬੜੀ ਆਕੜ ਸੀ ਜਾਂ ਅਕਾਲ ਤਖਤ ਤੇ ਬੈਠਾ ਸੀ, ਹੁਣ ਗਰਦਨ ਨੂੰ ਕੀ ਹੋਇਆ? ਹੁਣ ਪਹਿਲਾਂ ਫਤਿਹ ਹਰੇਕ ਨੂੰ ਆਪ ਬੁਲਾਉਣਾ, ਪਹਿਲਾਂ ਬੋਲਦਾ ਨਹੀਂ ਸੀ ਫਤਿਹ ਦੇ, ਜਵਾਬ ਨਹੀਂ ਦਿੰਦਾ ਹਰੇਕ ਦਾ। ਹੁਣ ਗਰਦਨ ਦਾ ਕੀਲਾ ਕਿੱਥੇ ਗਿਆ? ਬਾਬਾ ਨੇ ਫਿਰ ਰੋ ਕੇ ਸੁਣਾਈ ਫਿਰ ਬਿਰਥਾ ਆਪਣੇ ਹਾਲ ਦੀ। ਛੀਨ ਲਈ ਠਕਰਾਈ ਸਾਤੋਂ ਦਾਨਵੀ, ਕਹਿੰਦਾ ਜਿਹੜੀ ਚੌਧਰ ਸੀ ਨਾ ਉਹ ਹੁਣ ਹੈ ਨਹੀਂ ਕੋਲ। ਛੀਨ ਲਈ ਠੁਕਰਾਈ ਸਾਤੇ ਦਾਨਵੀ। ਦਾਨਵਾਂ ਨੇ ਐਸੇ ਸਵਾਲ ਕੀਤੇ, ਸਾਡੇ ਕੋਲ ਜਵਾਬ ਨਹੀਂ ਸੀ। ਲੋਕ ਉਹਨਾਂ ਨੂੰ ਠੀਕ ਮੰਨਦੇ ਨੇ, ਸਾਨੂੰ ਠੀਕ ਨਹੀਂ ਮੰਨਦੇ। ਉਹਨਾਂ ਨੇ ਸਿਰਫ ਰੱਬ ਦਾ ਤਾਂ ਪਤਾ ਹੀ ਪੁੱਛਿਆ, ਸਾਨੂੰ ਦਰਸ਼ਨ ਕਰਾਓ। ਰਾਖਸ਼ਾਂ ਨੇ ਰੱਬ ਨਹੀਂ ਦੱਸਿਆ ਕੀ ਹੈ, ਕਹਿੰਦੇ ਸਾਨੂੰ ਦਰਸ਼ਨ ਕਰਾਓ। ਲਿਖਿਆ ਹੋਇਆ ਅੱਖਾਂ ਦੇ ਬਿਨਾਂ ਦਰਸ਼ਨ ਹੁੰਦੇ ਨੇ, ਕਰਾਓ ਆ ਬੈਠੇ ਆ। ਕਰਾਉਂਦੇ ਤਾਂ ਜੇ ਕਰਾਉਣ ਜੋਗੇ ਹੁੰਦੇ। ਸਾਰਾ ਪਰਦਾ ਖੁੱਲ ਗਿਆ, ਸਾਰਾ ਬਾਜ ਖੁੱਲ ਗਿਆ। ਲੋਕਾਂ ਨੇ ਕਿਹਾ ਵੀ ਇਹ ਤਾਂ ਫਿਰ ਠੱਗੀ ਮਾਰਦੇ ਨੇ। ਜਿਹੜੇ ਅਰਥ ਕਰਦੇ ਤੇ ਉਹਦੇ ਸਿੱਧੇ ਕਰਕੇ ਅਰਥ ਦੱਸਦੇ ਉਹਨਾਂ ਨੇ। ਅੱਖਾਂ ਨਾਲ ਨਹੀਂ ਦਰਸ਼ਨ ਮੰਨੇ ਅਸੀਂ। ਅੱਖਾਂ ਬਾਝੋਂ ਵੇਖਣਾ ਬਿਨ ਕੰਨੀ ਸੁਣਨਾ। ਅੱਖਾਂ ਨਾਲ ਜਿਹਦੇ ਦਰਸ਼ਨ ਹੁੰਦੇ ਨੇ, ਪਰਮੇਸ਼ਰ ਗੁਰੂ ਨਹੀਂ ਹੁੰਦਾ। ਗੁਰ ਪਰਮੇਸ਼ਰ ਇੱਕੋ ਜਾਣ। ਜੇ ਤੁਸੀਂ ਡੁਪਲੀਕੇਟ ਬਣਾਇਆ ਤੁਸੀਂ ਰੱਖੋ, ਸਾਨੂੰ ਉਹਦੇ ਕਰਾ ਦਿਓ, ਇਹ ਤੁਹਾਡਾ ਸਹੀ, ਤੁਸੀਂ ਇਹਦੇ ਕਰੀ ਜਾਓ। ਇਹ ਦੱਸੋ ਇਹਦੇ ਕਰਕੇ ਤੁਹਾਨੂੰ ਮਿਲਿਆ ਕੀ ਹੈ, ਉਹ ਦਿਖਾਓ। ਜਿਹੜਾ ਇਹਦੇ ਦਰਸ਼ਨ ਕੀਤੇ ਨੇ ਅੱਖਾਂ ਵਾਲੇ ਦੇ, ਤੁਹਾਨੂੰ ਕੀ ਮਿਲਿਆ ਉਹ ਦਿਖਾਓ ਕੀ ਹੈ। ਉਹ ਹੈ ਨਹੀਂ ਕੁਛ। ਅਸੀਂ ਤਾਂ ਉਹਦੇ ਕਰਨੇ ਨੇ, ਅਸੀਂ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਨੀ ਹੈ, ਜਿਹਤੋਂ ਬਾਅਦ ਮਰਨ ਨਾ ਹੋਵੇ। ਬਸ ਫਿਰ ਕੀ ਸੀ? ਚੁੱਪ। ਠਕਰਾਈ ਚਲੀ ਗਈ, ਲੋਕ ਪਿੱਛੇ ਹਟ ਗਏ। ਲੋਕਾਂ ਦੇ ਨਾਲ ਹੈ ਨਾ, ਰਾਜਾ ਕਿਹਦੇ ਨਾਲ? ਪਬਲਿਕ ਨਾਲ। ਜੇ ਪਬਲਿਕ ਨਹੀਂ ਨਾਲ, ਰਾਜਾ ਕਾਹਦਾ? ਛੀਨ ਲਈ ਠਕਰਾਈ ਸਾਤੋਂ ਦਾਨਵੀ। ਸਾਡੀ ਠਕਰਾਈ ਜਿਹੜੀ ਚੌਧਰ ਸੀ, ਉਹਦਾ ਦਾਨਵਾਂ ਨੂੰ ਦੁਨੀਆ ਮੰਨਦੀ ਹੈ ਹੁਣ ਵੀ ਇਹ ਧਾਰਮਿਕ ਨੇ ਬੰਦੇ, ਇਹ ਅਸਲੀ ਧਰਮ ਦੀ ਗੱਲ ਕਰਦੇ ਨੇ। ਉਹ ਕਹਿੰਦੇ ਭਾਈ ਜੇ ਨਹੀਂ ਆ ਆਪਾਂ ਖੋਜ ਲਓ। ਉਹ ਕਹਿੰਦੇ ਵੀ ਆਪਾਂ ਖੋਜੋ ਗ੍ਰੰਥਾਂ ਨੂੰ। ਖੋਜ ਕੰਮ ਸ਼ੁਰੂ ਤਾਂ ਕਰਤਾ ਨਾ ਰਾਖਸ਼ਾਂ ਨੇ, ਕਹਿ ਕੇ ਵੀ ਵਿਚਾਰੋ, ਫਿਰ ਉਹਨੂੰ ਲੱਭੋ ਜਿਹੜਾ ਲਿਖਿਆ ਹੋਇਆ। ਇਹ ਛੱਡੋ ਇਹਨਾਂ ਵਾਲੀ ਗੱਲ। ਲੋਕ ਉਹਨਾਂ ਨਾਲ ਹੋ ਗਏ ਤੇ ਹੁਣ ਵੀ ਹੋ ਜਾਣਗੇ। ਹੁਣ ਕੀ ਹੋਇਆ? ਹੁਣ ਨਹੀਂ ਹੋਣਗੇ। ਇਹ ਪਾਣੀ ਐਡਾ ਉੱਚਾ ਉੱਤੇ ਦੀ ਲੰਘ ਜਾਣਾ। ਲੋਕੀ ਤੇ ਛੀਨ ਲਈ ਠਕਰਾਈ ਸਾਤੋਂ ਦਾਨਵੀ, ਲੋਕੀ ਤੀਹ ਫਰਾਈ ਦੋਹੀ ਆਪਣੀ। ਤਿੰਨੇ ਲੋਕ ਜਿਹਨੂੰ ਮੰਨਦੇ ਨੇ। ਇਹ ਤਿੰਨ ਲੋਕ ਕਿਹਨੂੰ ਮੰਨਦੇ ਨੇ? ਇਹ ਤਿੰਨ ਲੋਕ ਐਂ ਮੰਨਦੇ ਨੇ। ਇੱਕ ਤਾਂ ਆ ਜਿਹੜਾ ਹੈਗਾ ਦੱਖਣ ਦਾ ਇਲਾਕਾ, ਥੱਲੇ ਆ ਨਾ ਪੈਰਾਂ 'ਚ, ਥੱਲੇ ਨਕਸ਼ੇ 'ਚ ਆ ਵਿਚਾਲਾ ਮੈਦਾਨ ਆ ਗਿਆ, ਫਿਰ ਉੱਤੇ ਪਹਾੜ ਆ ਗਿਆ। ਇਹ ਹਿੰਦੁਸਤਾਨ 'ਚ ਤਿੰਨ ਲੋਕ ਮੰਨਦੇ ਨੇ। ਜਿਹੜਾ ਪਹਾੜੀ ਇਲਾਕਾ ਹੈ ਨਾ, ਉਹਨੂੰ ਸੁਰਗ ਲੋਕ ਮੰਨਦੇ ਨੇ। ਸਮਝਿਆ ਨਹੀਂ? ਆ ਮੈਦਾਨੀ ਇਲਾਕਾ ਜਿਹੜਾ ਦੇਵਤਿਆਂ ਦਾ ਇਲਾਕਾ ਮੰਨਦੇ ਨੇ। ਜਿਵੇਂ ਉਹ ਜਿਹੜਾ ਪਰੇ ਦੱਖਣ ਦਾ ਇਲਾਕਾ ਹੈ, ਜਿੱਥੇ ਉਹ ਪਹਾੜ ਪੂੜ ਜੇ ਨੇ, ਉਹਨਾਂ ਨੂੰ ਇਹ ਅਸਲ 'ਚ ਰਾਖਸ਼ ਮੰਨਦੇ ਨੇ। ਉੱਥੇ ਹੀ ਕੌਡਾ ਰਾਖਸ਼ ਉਸੇ ਇਲਾਕੇ ਸੀ ਨਾ। ਇਹਨਾਂ ਨੇ ਉਹਨਾਂ ਨੂੰ ਮੰਨੇ ਨੇ, ਉਹਨਾਂ ਦੇ ਵਿਰੋਧੀ ਨੇ, ਉਹ ਇਹਨਾਂ ਦੇ ਵਿਰੋਧੀ ਨੇ। ਤਿੰਨਾਂ ਲੋਕਾਂ 'ਚ ਉਹਨਾਂ ਦੀ ਉਹ ਜੈ ਜੈਕਾਰ ਹੈ। ਹੁਣ ਸਾਨੂੰ ਕੋਈ ਨਹੀਂ ਮੰਨਦਾ। ਦੱਖਣ ਵਾਲੇ ਤਾਂ ਪਹਿਲਾਂ ਹੀ ਨਹੀਂ ਸੀ ਮੰਨਦੇ, ਉਹ ਤਾਂ ਪਹਿਲਾਂ ਹੀ ਵਿਰੁੱਧ ਸੀ ਇਹਨਾਂ ਤੇ। ਆਹ ਸੀਗੇ ਮੈਦਾਨੀ ਇਲਾਕੇ ਵਾਲੇ, ਇਹ ਵਿਰੁੱਧ ਹੋ ਗਏ। ਬਾਕੀ ਉਹ ਰਹਿ ਗਏ ਹੁਣ ਪਹਾੜ 'ਚ ਭੱਜ ਕੇ ਜਾ ਬੜੇ। ਉੱਥੇ ਦਾ ਖਤਰਾ ਸੀ ਵੀ ਇੱਥੇ ਵੀ ਜੇ ਨਾ ਹੋਏ ਫਿਰ ਕਿੱਥੇ ਜਾਵਾਂਗੇ। ਲੋਕੀ ਤਿਉ ਫਰਾਈ ਦੋਹੀ ਆਪਣੀ, ਬੈਠੇ ਵਾਏ ਵਧਾਈ ਤੇ ਅਮਰਾਵਤੀ। ਉਹ ਤਾਂ ਅਮਰਾਵਤੀ ਤੇ ਵੀ ਕਬਜ਼ਾ ਕਰ ਲਿਆ ਉਹਨਾਂ ਨੇ। ਆ ਜਿਹੜੇ ਦਰਿਆ ਨੇ ਨਾ ਕਿਨਾਰੇ, ਆਹ ਜਿਹੜੀ ਗੰਗਾ, ਸਾਰੀ ਗੰਗਾ ਤੇ ਹਰਿਦੁਆਰ ਵਗੈਰਾ ਸਾਰੇ ਕਬਜ਼ਾ ਉਹਨਾਂ ਦਾ ਹੀ ਆ। ਤੀਰਥਾਂ ਦੇ ਸਾਨੂੰ ਨਹੀਂ ਕੋਈ ਪੁੱਛਦਾ। ਬੈਠੇ ਵਾਏ ਵਧਾਈ ਤੇ ਅਮਰਾਵਤੀ, ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ। ਸਾਰੇ ਰਾਖਸ਼ਾਂ ਨੇ ਮਿਲ ਕੇ ਦੇਵ ਭਜਾਤੇ ਹਰ ਜਗ੍ਹਾ ਤੇ, ਚਰਚਾ ਕਰ ਕਰਕੇ। ਜਿੱਥੇ ਜਿੱਥੇ ਵੀ ਗਏ ਉਹਨਾਂ ਦੇ ਗਰੁੱਪ ਚਰਚਾ ਕੀਤੀ, ਸਾਰੇ ਭੱਜ ਗਏ ਛੱਡ ਕੇ। ਕਿਨੇ ਨਾ ਜਿੱਤਾ ਜਾਈ ਮਹਿਖੇ ਦੈਤ ਨੂੰ। ਜਿਹੜਾ ਪਿੱਛੇ ਉਹਨਾਂ ਦਾ ਸਾਰਿਆਂ ਦਾ ਮਹਿਖਾ ਦੈਤ ਹੈ, ਉਹ ਦੈਤ ਕਹਿੰਦੇ ਸੀ ਨਾ। ਇਹ ਇੰਦਰ ਦੇ ਮੂੰਹ ਤੋਂ ਗੱਲ ਕਹਾਈ ਹੈ। ਗੱਲ
ਦਸਮ ਪਾਤਸ਼ਾਹ ਨੇ ਨਹੀਂ ਕਹੀ, ਇੰਦਰ ਨੇ ਜਿਵੇਂ ਕਹੀ ਹੈ ਗੱਲ, ਉਹ ਇੰਦਰ ਤਾਂ ਦੈਂ ਤੇ ਕਹਿੰਦਾ ਉਹਨੂੰ, ਬੋਲ ਇੰਦਰ ਰਿਹਾ ਤਾਂ ਕਰਕੇ ਦੈਂਤ ਲਫ਼ਜ਼ ਆਇਆ। ਬਿਰਥਾ ਸੁਣਾਈ ਆਪਣੇ ਹਾਲ ਦੀ, ਬਿਰਥਾ ਉਹਨੇ ਸਾਲਾ ਯਾਰ ਕਹਿੰਦੇ ਕਿਹਨੇ ਨਾ ਜਿੱਤਾ ਜਾਈ, ਮੈਂ ਕਿਹਾ ਦੈਂਤ ਨੂੰ ਸਾਡੇ ਚੋਂ ਕੋਈ ਨਹੀਂ ਜਿੱਤ ਸਕਿਆ। ਰਾਖਸ਼ ਉਹਨੂੰ ਨਹੀਂ ਕੋਈ ਜਿੱਤ ਸਕਿਆ। ਕਾਹਦੇ ਚ? ਗਿਆਨ ਚਰਚਾ ਚ। ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾ। ਹੁਣ ਬਾਤ ਤੇਰੀ ਛਣ ਚ ਆਏ ਹਾਂ ਅਸੀਂ। ਹੁਣ ਇੱਕ ਆਦਮੀ ਦੀ ਛਣ ਚ ਆਏ ਨੇ, ਇੰਨੇ ਆਦਮੀ ਹਾਰ ਖਾ ਕੇ ਇੱਕ ਔਰਤ ਕਿਵੇਂ ਜਿੱਤ ਲੂ ਜੰਗ ਏਡੀ ਵੱਡੀ? ਜੇ ਲੜਾਈ ਸਰੀਰਕ ਹੋਵੇ, ਤਲਵਾਰਾਂ ਦੀ ਹੋਵੇ, ਤੋਪਾਂ ਦੀ ਹੋਵੇ, ਰਾਕਟਾਂ ਦੀ ਹੋਵੇ, ਉਸ ਵੇਲੇ ਤਾਂ ਖੈਰ ਨਹੀਂ, ਨੇਜਿਆਂ ਦੀ, ਬਰਸ਼ਾਂ ਦੀ ਹੋਵੇ, ਤਾਂ ਇੱਕ ਔਰਤ ਲੜਾਈ ਕਿਵੇਂ ਜਿੱਤ ਲੂ ਇੰਨੇ ਬੰਦਿਆਂ ਨੂੰ? ਤੇ ਤੇਰੀ ਛੱਡ ਵਿੱਚ ਆਏ ਆ ਵੀ ਤੂੰ ਉਹ ਜਿਹੜੇ ਸਾਨੂੰ ਦਰਸ਼ਨ ਕਹਿੰਦੇ ਨੇ ਨਾ, ਤੂੰ ਕਰਾ ਹੁਣ ਦਰਸ਼ਨ ਧਰਮ ਦਾ, ਤੂੰ ਵਿਆਖਿਆ ਕਰ ਤਾਂ ਅਸੀਂ ਬਚਦੇ ਆ। ਦੁਰਗਸ਼ਾ ਤਾਂ ਕਹਿੰਦੇ ਨੇ ਜਿਹਨੇ ਜਿੱਤਿਆ ਹੋਵੇ ਨਾ, ਦੁਰਗ ਕਹਿੰਦੇ ਨੇ ਕਿਉਂ ਲੀਜਾ ਗੜ ਬੰਕਾ ਭਾਈ, ਜਿਹੜਾ ਹਿਰਦਾ ਇਕਲਾ ਇਹਦੇ ਚ ਬੰਦਾ ਕਬ ਜਾਣਾ। ਜਦੋਂ ਮਨ ਨੂੰ ਫੜ ਲੈਂਦਾ ਹੈ, ਮਨ ਆਕੀ ਨੂੰ ਫੜਿਆ ਜਾਂਦਾ, ਵਿਵੇਕ ਬੁੱਧੀ ਮਨ ਨੂੰ ਕਾਬੂ ਕਰ ਲੈਂਦੀ ਹੈ, ਫਿਰ ਇਹਦਾ ਨਾਮ ਦੁਰਗਸ਼ਾ ਹੈ, ਦੁਰਗ ਦੀ ਰਾਣੀ। ਸ਼ਾਹ ਜਿਹਨੂੰ ਕਹਿੰਦੇ ਨੇ ਨਾ, ਵਿਵੇਕ ਬੁੱਧੀ ਦੇ ਮਨ ਕਾਬੂ ਹੈ। ਵਿਵੇਕ ਬੁੱਧੀ ਦੇ ਬਿਨਾਂ ਮਨ ਕਾਬੂ ਨਹੀਂ ਹੁੰਦਾ ਹੈ, ਮਨ ਨਹੀਂ ਜਿੱਤਿਆ ਜਾਂਦਾ। ਗੁਰਮੁਖੀ ਲਫ਼ਜ਼ਾਂ ਨਾਲੇ ਗੁਰਮੁਖ ਨਹੀਂ ਹੁੰਦਾ ਹੈ, ਉਦੋਂ ਇਸਤਰੀਲਿੰਗ ਲਫ਼ਜ਼ ਵਰਤਿਆ ਜਾਂਦਾ। ਉਹ ਬੁੱਧੀ ਦੀ ਲੜਾਈ ਹੈ ਨਾ ਇਹ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁੱਝੀ, ਅਕਲੀ ਕੀਜੇ ਦਾਨ, ਨਾਨਕ ਆਖੇ ਰਾਹ ਹੋ ਹੋਰ ਗੱਲਾਂ ਸ਼ੈਤਾਨ। ਇਹ ਅਕਲ ਦੀ ਲੜਾਈ ਹੈ। ਜਾਂ ਅਕਲ ਦੀ ਲੜਾਈ ਹੋਊ ਤਾਂ ਇਸਤਰੀਲਿੰਗ ਲਫ਼ਜ਼ ਵਰਤਿਆ ਜਾਊਗਾ, ਹੋਊ ਚਾਹੇ ਆਦਮੀ ਹੋ ਆਦਮੀ ਹੋ। ਲੜਾਈ ਅਕਲ ਦੀ ਹੈ ਇੱਥੇ। ਇਹ ਅਕਲ ਦੀ ਲੜਾਈ ਗਿਆਨ ਦੀ ਲੜਾਈ ਹੈ, ਹੋਰ ਕੁਝ ਨਹੀਂ ਹੈ। ਬੁੱਧੀ ਦੀ ਲੜਾਈ ਹੈ। ਬੁੱਧੀ ਦੀ ਲੜਾਈ 'ਚ ਹਾਰ ਖਾ ਗਏ ਉਹ ਰਾਖਸ਼ਾਂ ਤੋਂ। ਬੁੱਧੀਹੀਨ ਸੀਗੇ, ਇਹ ਵੀ ਬੁੱਧੀਹੀਨ ਸੀ, ਉਹ ਵੀ ਬੁੱਧੀਹੀਨ ਸੀ। ਜਿਹੜਾ ਕਾਲਾ ਭਗਵਾਨ ਬੁੱਧੀਹੀਨ ਸੀ, ਇਹ ਵੀ ਬੁੱਧੀਹੀਨ ਸੀ। ਪਰ ਬੁੱਧੀ ਦਾ ਪਰਿਚੈ ਇਹਨਾਂ ਨੇ ਦੇਣਾ ਸੀ। ਦੱਸੋ ਕੀ ਗਲਤ ਹੈ? ਹਾਲਾਂਕਿ ਸਾਰਾ ਕੁਝ ਇਹ ਗਲਤ ਕੀਤਾ ਉਹਨੇ, ਗਲਤ ਲਿਖਿਆ ਹੋਇਆ ਸੀ ਅੰਡ ਵੰਡ। ਪਰ ਇਹ ਕਿਵੇਂ ਦੱਸਣ ਕੀ ਗਲਤ ਹੈ? ਇਹਨਾਂ ਕੋਲ ਬੁੱਧੀ ਕਿੱਥੇ ਹੈ? ਕਿਉਂ ਇਹਨਾਂ ਨੇ ਪੁੱਛਿਆ ਇਹਨਾਂ ਨੂੰ ਹੈ ਕੀ ਗਲਤ ਹੈ। ਸਵਾਲ ਦਾ ਜਵਾਬ ਇਹਨਾਂ ਨੇ ਦੇਣਾ ਸੀ, ਉਹਦਾ ਦੇ ਨਹੀਂ ਰਿਹਾ ਜਵਾਬ। ਉਹਨੇ ਤਾਂ ਗਲਤ ਸਵਾਲ ਜਾਣ ਕੇ ਕੱਢ ਕੇ ਲੈ ਆਂਦਾ ਵੀ ਆ ਜੀ ਮੈਨੂੰ ਸਮਝਾਓ, ਮੇਰਾ ਜਵਾਬ ਗਲਤ ਹੈ। ਜਿਹਨੂੰ ਆਉਂਦਾ ਹੋਵੇ ਤਾਂ ਸਮਝਾਉਣ। ਡਿਊਟੀ ਇਹਨਾਂ ਦੀ ਸੀ ਦੱਸਣਾ, ਇਵੇਂ ਡਿਊਟੀ ਦੇਵਤਿਆਂ ਦੀ ਸੀ ਸਮਝਾਉਣਾ ਧਰਮ। ਕਿਉਂਕਿ ਧਾਰਮਿਕ ਬੰਦੇ ਉਹ ਸੀ, ਆਪਣੇ ਆਪ ਨੂੰ ਮੰਨਦੇ, ਉਹ ਮੰਨਦੇ ਸੀ ਧਰਮ। ਰਾਖਸ਼ ਤਾਂ ਧਰਮ ਨੂੰ ਨਹੀਂ ਮੰਨਦੇ, ਉਹ ਤਾਂ ਰੱਬ ਨੂੰ ਨਹੀਂ ਮੰਨਦੇ ਸੀ। ਰੱਬ ਹੁੰਦਾ ਹੀ ਨਹੀਂ ਅਸਲ ਦੇ ਵਿੱਚ। ਜਾਇਜ਼ ਰੱਬ ਤੁਸੀਂ ਕਹਿੰਦੇ ਹੁੰਦਾ ਨਹੀਂ, ਇਸ ਕਰਕੇ ਉਹ ਕਹਿੰਦੇ ਰੱਬ ਹੁੰਦਾ ਨਹੀਂ, ਹੈ ਹੀ ਨਹੀਂ। ਜਿਹੜਾ ਤੁਸੀਂ ਪ੍ਰਚਾਰਦੇ ਹੋ ਰੱਬ, ਉਹ ਸਾਬਤ ਨਹੀਂ ਹੁੰਦਾ, ਇਸ ਕਰਕੇ ਰੱਬ ਹੈ ਹੀ ਨਹੀਂ। ਛੱਡੋ ਪਰੇ, ਰੱਬ ਤੇ ਆਪਾਂ ਨੇ ਕੀ ਲੈਣਾ। ਉਹ ਤਾਂ ਉਹਨਾਂ ਨੇ ਤਾਂ ਗੱਲ ਮੁਕਾਈ ਹੋਈ ਸੀ। ਸਾਬਤ ਇਹਨਾਂ ਨੇ ਕਰਨਾ ਸੀ, ਸਾਬਤ ਅਕਾਲ ਤਖਤ ਨੇ ਕਰਨਾ ਵੀ ਗੁਰਬਾਣੀ ਕੀ ਕਹਿੰਦੀ ਹੈ। ਗੁਰਮਤਿ ਦੇ ਅਰਥ ਜੀਵਨ ਮੁਕਤੀ ਕੀ ਹੁੰਦੀ ਹੈ, ਸਾਬਤ ਅਕਾਲ ਤਖਤ ਨੇ ਕਰਨਾ। ਦੱਸਣ ਕੀ ਹੁੰਦੀ ਹੈ ਜੀਵਨ ਮੁਕਤੀ, ਕਿਵੇਂ ਮਿਲਦੀ ਹੈ, ਛੁੱਟਣ ਦੀ ਵਿਧੀ ਹੈ ਗੁਰਬਾਣੀ 'ਚ। ਇਹ ਸਮਝਾਉਣ ਸੰਸਾਰ ਨੂੰ। ਕਿਉਂ ਨਹੀਂ ਸਮਝਾਉਂਦੇ? ਕਿਉਂ ਨਹੀਂ ਸਮਝਾਉਂਦੇ? ਕੀ ਕਰਦੇ ਨੇ ਫਿਰ ਉੱਥੇ? ਕਾਹਦੇ ਵਾਸਤੇ ਬੈਠੇ ਨੇ? ਸਿੱਖੀ ਦਾ ਪ੍ਰਚਾਰ ਹੈ ਜੀਵਨ ਮੁਕਤੀ ਕੀ ਹੈ। ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ। ਇਹ ਕੋਈ ਦਾੜੀਆਂ ਰਖਾਉਣਾ ਸਿੱਖੀ ਨਹੀਂ ਹੈ, ਕਿਰਪਾਨਾਂ ਪਾਉਣੀਆਂ ਸਿੱਖੀ ਨਹੀਂ ਹੈ। ਅਫਗਾਨਿਸਤਾਨ ਸਾਰੇ ਕਿਰਪਾਨਾਂ ਵੀ ਪਾਈ ਫਿਰਦੇ ਨੇ, ਦਾੜੀਆਂ ਕੇਸ ਵੀ ਰੱਖੇ ਨੇ। ਜੇ ਸਾਰੀ ਦੁਨੀਆ ਰੱਖ ਲਵੇ, ਰਾਸ਼ਟਰੀ ਸਿੰਘ ਸੰਗਤ ਦਾੜੀਆਂ ਰੱਖੀ ਫਿਰਦੀ ਹੈ, ਕਿਰਪਾਨਾਂ ਪਾ ਲੈਣ, ਉਹ ਵਿਚਾਰਧਾਰਾ ਜੇ ਦੂਈ ਹੋਵੇ ਫਿਰ ਕਬਜ਼ਾ ਕਰ ਲੈਣਗੇ ਆ ਕੇ। ਸਿੱਖੀ ਇੱਕ ਵਿਚਾਰਧਾਰਾ ਹੈ, ਕੋਈ ਭੇਖ ਨਹੀਂ ਹੈ। ਵਿਚਾਰਧਾਰਾ ਪਹਿਲਾਂ ਭੇਖਵਾਦ ਦੀ ਗੱਲ ਹੈ। ਭੇਖ ਦਿੱਤਾ ਦਸਮ ਪਾਤਸ਼ਾਹ ਨੇ ਆ ਕੇ,
ਵਿਚਾਰਧਾਰਾ ਪਹਿਲਾਂ ਨੌਆਂ ਨੇ ਪੱਕੀ ਕੀਤੀ ਹੈ, ਭਗਤਾਂ ਨੇ ਪਹਿਲਾਂ ਭਗਤਾਂ ਨੇ ਪੱਕੀ ਕੀਤੀ ਹੈ, ਫਿਰ ਗੁਰੂਆਂ ਨੇ ਸਾਰੀ ਵਿਚਾਰਧਾਰਾ ਪੱਕੀ ਕੀਤੀ ਹੈ। ਪੱਕੇ ਤੇ ਜਿਹੜੇ ਉਹਨਾਂ ਨੂੰ ਵੇਖ ਹੋਇਆ ਸੀ ਪ੍ਰਚਾਰ ਕਰਨ ਵਾਸਤੇ, ਵੀ ਉਹਨਾਂ ਨੇ ਸਿਰ ਦੇ ਦਿੱਤੇ ਵੀ ਅਸੀਂ ਪਹਿਰਾ ਦੇਵਾਂਗੇ ਚਾਹੇ ਸਿਰ ਚਲੇ ਜਾਣ। ਗੱਲ ਆ ਸੀ ਸਿਰ ਦੀ, ਹੋਰ ਕੁਝ ਨਹੀਂ ਸੀ। ਸਿਰ ਲੈ ਨਹੀਂ ਸੀ। ਸਾਤੇ ਬਾਅਦ ਸਿਰ ਚਾਹੇ ਤੁਹਾਡਾ ਲੱਗ ਜਵੇ ਪਰ ਪ੍ਰਚਾਰ ਇਹਦਾ ਕਰਨਾ, ਗੱਲ ਇੰਨੀ ਸੀ ਸਿਰ ਲੈਣ ਦੀ। ਔਰ ਪੰਜ ਪੈਰਾਂ ਤੇ ਕੀ ਲੈਣਾ ਸੀ? ਕੀ ਲੈਣਾ ਸੀ ਪੰਜ ਪੈਰਾਂ ਤੇ? ਪਰ ਪਿੱਛੋਂ ਉਹਨਾਂ ਨੂੰ ਕਮਾਂਡ ਦੇਣੀ ਸੀ। ਇਹ ਸੱਚ ਦੇ ਪ੍ਰਚਾਰ ਦੀ ਕਮਾਂਡ ਦਿੱਤੀ ਹੈ ਉਹਨਾਂ ਨੂੰ। ਸੱਚ ਦਾ ਪ੍ਰਚਾਰ ਦੀ ਕਮਾਂਡ ਤੁਹਾਡੇ ਹੱਥ 'ਚ। ਸਿਰ ਲੱਗ ਜਵੇ ਸਿੱਖੀ ਨਹੀਂ ਜਾਣ ਦੇਣੀ। ਅੱਗੇ ਪੜ੍ਹਦੇ ਵੀ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਨਾਲ ਸਿਦਕ ਲਫ਼ਜ਼ ਲੱਗਿਆ ਹੈ, ਸਿਦਕ ਦੇ ਬਿਨਾਂ ਸਿੱਖੀ ਹੋਈ ਨਹੀਂ। ਹੁਣ ਕੀ ਹੈ? ਹੁਣ ਸ਼ਰਧਾ ਹੈ। ਅੱਗੇ ਕਿਹਦੀ? ਸਿੱਖੀ ਸਿਦਕ ਭਰੋਸਾ। ਕੀ ਪੜ੍ਹਦੇ ਸੀ ਅੱਗੇ? ਜਿਨ੍ਹਾਂ ਨੇ ਸਿੱਖੀ ਸਿਦਕ ਭਰੋਸਾ ਰੱਖਿਆ ਤਿਨਾਂ ਨੂੰ ਫਿਰ ਵਿਘਨ ਨਾ ਕਾਈ ਜੀ। ਸਿੱਖੀ ਸਿਦਕ, ਸਿਦਕ ਹੈ ਸਬਰ ਔਰ ਭਰੋਸਾ, ਇਹ ਤੇ ਖੜੀ ਹੈ ਸਿੱਖੀ। ਅੱਜ ਦੇ ਸ਼ਰਧਾਵਾਨ ਸਿੱਖ ਨੇ, ਸ਼ਰਧਾਵਾਨ ਤਾਂ ਲਾਲਚੀ ਹੁੰਦਾ, ਲੋਭੀ ਹੁੰਦਾ, ਤਾਂ ਹੀ ਲੋਭ ਨਾ ਬਣਾਉਂਦੇ ਨੇ ਨਾ। ਸ਼ਰਧਾਵਾਨ ਜਿਹੜੇ ਲੋਕ ਨੇ ਨਾ, ਗੁਰੂ ਉਹਨਾਂ ਦੇ ਚੇਲੇ, ਉਹਨਾਂ ਵਾਸਤੇ ਇੱਕ ਸ਼ਬਦ ਹੈ। ਉਹ ਕੀ ਹੁੰਦਾ? ਗੁਰੂ ਚੇਲਾ ਲਾਲਚੀ ਦੋਨੋਂ ਖੇਲੇ ਦੋ। ਉਹ ਤਾਂ ਦੋਏ ਦੋ ਤੇ ਹੁੰਦੇ ਨੇ। ਗੁਰੂ ਆਪਣੇ ਦੌ ਤੇ ਹੈ, ਉਹ ਆਪਣੇ ਦੌ ਤੇ ਨੇ। ਕਹਿੰਦੇ 5000 ਰੁਪਇਆ ਦੇਵਾਂਗੇ, ਕੇਸ ਰੱਖੋ। ਜਿਨ੍ਹਾਂ ਦੇ ਰੱਖੇ ਨੇ ਉਹ ਵੀ ਕਟਾ ਲੈਣਗੇ ਵੀ 5000 ਦਓ ਤਾਂ ਰੱਖਾਂਗੇ। ਉਹ ਕਟਾ ਕੇ ਦੁਬਾਰਾ 5000 ਦਿੱਤੇ ਤੇ ਰੱਖਣਗੇ। ਫਿਰ ਕਾਹਦੇ ਰੱਖਣਗੇ ਉਹ? ਇਹਦਾ ਦੂਏ ਪਾਸੇ ਦਾ ਵੀ ਅਸਰ ਹੋ ਸਕਦਾ ਹੈ। ਕਿੰਨਾ ਚਿਰ ਦੇਣਗੇ? ਇਹ ਸਿੱਖੀ ਹੈ। ਇਹੋ ਜਿਹੀ ਸਿੱਖੀ ਨਹੀਂ ਚਾਹੀਦੀ। ਇਹੋ ਜਿਹੀ ਸਿੱਖੀ ਦੇ ਆਸਰੇ ਨਹੀਂ ਪ੍ਰਚਾਰ ਹੋ ਸਕਦਾ। ਸਿੱਖੀ ਸਿਰ ਦੇ ਕੇ ਮਿਲੀ ਸੀਗੀ। ਤੁਸੀਂ 5000 ਰੁਪਇਆ ਦੇ ਕੇ ਸਿੱਖੀ ਕਹਿੰਦੇ ਲੋ, ਕਬੂਲ ਲਓ। ਜੇ ਤੁਸੀਂ ਸਿੱਖ ਹੋਏ ਜੇ ਉਹ ਬਣ ਜਾਣਗੇ, ਆਪਣੇ ਵਰਗੇ ਬਣਾ ਦੋਗੇ। ਹਾਂਜੀ। ਔੜੀ ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਏ। ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਏ। ਜਦ ਉਹਨੇ ਸੁਣਿਆ ਨਾ ਉਹਨਾਂ ਦੀ ਕਥਾ ਵਾਰਤਾ, ਰੋਂਦੇ ਫਿਰ ਹੱਸੀ ਵੀ। ਦੇਖਿਆ ਸਵਾਦ? ਦੇਖ ਲਓ, ਅਸੀਂ ਤਾਂ ਚੁੱਪ ਕਰ ਰਹੇ, ਸਾਡਾ ਤਾਂ ਰੌਲਾ ਹੀ ਨਹੀਂ ਸੀ। ਸਾਨੂੰ ਤਾਂ ਪਤਾ ਹੀ ਹੈ 200 ਸਾਲ ਤੋਂ ਵੀ ਕੀ ਹੋ ਰਿਹਾ। ਰਾਜ ਵੀ ਕਰ ਲਿਆ, ਰਣਜੀਤ ਸਿੰਘ ਨੇ ਸਭ ਕੁਝ ਹੋ ਲਿਆ। ਪਤਾ ਹੀ ਸੀ ਸਾਰਿਆਂ ਨੂੰ ਵੀ ਕੀ ਹੋਊਗਾ। ਗੁਰਦੁਆਰੇ ਵੀ ਲੈ ਲਏ ਤਾਂ ਵੀ ਪਰੇ ਰਹੇ ਮਹੰਤਾਂ ਤੋਂ। ਤੁਸੀਂ ਹੁਣ ਆ ਗਿਆ ਨਾ ਮੌਕਾ, ਆ ਸੀ ਸਮਾਂ ਆਉਣ ਵਾਲਾ। ਹੁਣ ਫਸ ਗਏ ਕੜਕੀ 'ਚ ਚਾਰੇ ਪਾਸਿਆਂ ਤੇ। ਹੱਸੀ ਹੜਹੜਾਏ, ਹੱਸਣਾ ਹੀ ਸੀ। ਦੇਖ ਲਓ ਸਵਾਦ। ਤੁਸੀਂ ਵੀ, ਤੁਹਾਡੇ ਵੀ ਰੱਬ ਯਾਦ ਨਹੀਂ ਸੀ, ਤੈਨੂੰ ਵੀ ਰਾਜ ਸੀ, ਰਾਜ ਭਾਗ। ਇਹਨਾਂ ਨੂੰ ਰਾਜ ਭਾਗ ਗਈ ਹੈ, ਇਹਨਾਂ ਨੇ ਕੀ ਲੈਣਾ? ਮਾਇਆ ਹੈ, ਮਾਇਆ ਦੇ ਗੱਫੇ ਰਹੇ ਆਉਂਦੇ। ਰਾਜ ਭਾਗ ਹੈ, ਮੌਜਾਂ ਬੜੀਆਂ ਹੋਈਆਂ ਨੇ, ਬਿਪਤਾ ਨਹੀਂ ਨਾ ਆਈ। ਉਹੀ ਸ਼ੀਹ ਮੰਗਾਇਆ ਰਾਖਸ਼ ਭਖਣਾ। ਉਹੀ ਮੰਗਾ ਲਿਆ ਫਿਰ ਰਾਖਸ਼ ਭਖਣਾ। ਕਹਿੰਦੇ ਚੰਗਾ ਲਿਆਓ ਫਿਰ ਪੋਥੀਆਂ ਲਿਆਓ ਜਿਹੜੀਆਂ ਰੱਖੀਆਂ ਤੁਹਾਡੇ ਅਕਾਲ ਤਖਤ ਤੇ। ਪੋਥੀਆਂ 'ਚ ਪੜ੍ਹ ਕੇ ਹੀ ਦੱਸਾਂਗੇ। ਹੁਣ ਪੋਥੀਆਂ ਦਾ ਤੋਤੇ ਮਵਾਉਣੀਆਂ ਨੇ, ਗਲਤ ਤਾਂ ਤੁਹਾਡੇ ਕੋਲੇ ਪਏ ਨੇ। ਲਿਆਓ ਫਿਰ ਆਪਾਂ ਕਰਦੇ ਹਾਂ ਵੀ ਆਹ ਲਿਖਿਆ ਹੋਇਆ ਭਾਈ, ਆ ਜਾਓ। ਬਈ ਲਿਖਤ ਹੀ ਚੱਲਣੀ ਹੈ। ਮੰਗਾ ਲਿਆ ਗਿਆਨ, ਬ੍ਰਹਮ ਗਿਆਨ, ਤਤ ਗਿਆਨ ਮੰਗਾ ਲਿਆ। ਤਤ ਗਿਆਨ ਸ਼ੇਰ ਹੈ, ਸਿੰਘ ਸ਼ਰਨ ਕੱਤ ਜਾਈਏ ਜੇ ਜੰਬੋ ਗ੍ਰਸ। ਇਹ ਜਿਹੜਾ ਤਤ ਗਿਆਨ ਹੈ, ਜਿਹੜਾ ਵਿਵੇਕ ਹੈ, ਸ਼ੇਰ ਹੈ, ਮੰਗਾ ਲਿਆ। ਚਿੰਤਾ ਕਰੋ ਨਾ ਕਾਈ, ਦੇਵਾਂ ਨੂੰ ਆਖਿਆ। ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਕੋਈ ਨਹੀਂ। ਦੇਵਾਂ ਨੂੰ ਕਿਹਾ ਆ ਜਾਣ ਦੋ, ਉਹਨਾਂ ਨੂੰ ਸੁਨੇਹਾ ਦੇ ਦਿਓ ਵੀ ਆ ਜਾਓ, ਵੀ ਚਰਚਾ ਕਰ ਲਓ। ਰੋਹ ਹੋਈ ਮਹਾਮਾਈ ਰਾਖਸ਼ ਮਾਰਨੇ। ਆ ਗਈ ਰੋਹ ਦੇ ਵਿੱਚ ਵੀ ਹੁਣ ਰਾਖਸ਼ਾਂ ਨੂੰ ਇਹਨਾਂ ਦੀ ਖੁੰਬ ਠੱਪੇ ਦੇਣੀ ਚਾਹੀਦੀ ਹੈ। ਇਹ ਜਿਹੜੇ ਬਹੁਤੇ ਪੁੱਤਰੇ ਨੇ ਨਾ, ਬਹੁਤ ਚਿਰ ਦੇ ਕਹਿੰਦੇ 10 ਗ੍ਰੰਥ ਹੈ ਨਹੀਂ,
ਇਹਨਾਂ ਨੂੰ ਸਬਕ ਸਿਖਾਇਆ ਦੇਣਾ ਚਾਹੀਦਾ। ਇਸ ਕਰਕੇ ਰੋਹ ਚ ਆ ਗਈ। ਦੋਹਰਾ ਰਾਖਸ਼ ਮਾਲ ਨੇ ਵੀ ਇਹਨਾਂ ਦੀ ਪੂਰੀ ਐ ਤਹਿ ਲਾ ਦੇਣੀ ਹੈ। ਇਹ ਜਿਉਂਦੇ ਛੱਡਣੇ ਹੀ ਨਹੀਂ, ਜਿਉਂਦੇ ਰਹਿਣਗੇ ਜਾਂ ਸਾਬਤ ਹੋ ਜੂ। ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ, ਕਿਤੇ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ। ਹਾਂ, ਦੋਹਰਾ ਰਾਖਸ਼ ਆਏ ਰੋਹਲੇ ਖੇਤ ਭਿੜਨ ਕੇ ਚਾਏ। ਰਾਖਸ਼ ਵੀ ਰੋਹਲੇ ਸੀ। ਉਹਨਾਂ ਨੇ ਕਿਹਾ ਸਾਡੀ ਗੱਲ ਦਾ ਤਾਂ ਜਵਾਬ ਹੈ ਕਿਤੇ ਨਹੀਂ ਹੈ। ਉਹਨਾਂ ਨੂੰ ਕੀ ਪਤਾ ਹੈ ਵੀ ਅਰਥ ਕੀ ਨੇ, ਉਹਨਾਂ ਨੂੰ ਕੀ ਪਤਾ ਵੀ ਸ਼ਬਦ ਭੇਦ ਹੁੰਦਾ ਹੈ। ਉਹਨਾਂ ਨੇ ਤਾਂ ਇਹਨਾਂ ਤੋਂ ਹੀ ਸੁਣਿਆ ਹੋਇਆ ਸੀ, ਬਾਜ਼ਾਰ ਤੋਂ। ਇਹਨਾਂ ਨੇ ਵੀ ਬਾਜ਼ਾਰ ਵਾਲਾ ਧਰਮ ਸਾਖੀਆਂ ਸੁਣੀਆਂ ਹੋਈਆਂ ਨੇ। ਉਹ ਸਾਖੀਆਂ ਵਾਲਾ ਧਰਮ ਸੁਣ ਕੇ ਹੀ ਤਾਂ ਉਹ ਭੁੱਤਰਿਆ ਹੋਇਆ ਸੀ ਜਿਹੜਾ ਆਪਣਾ ਰਜਨੀਸ਼ ਸੀ। ਉਹ ਸਾਖੀਆਂ ਸੁਣ ਕੇ ਹੀ ਉਹਨੂੰ ਗੁਰਮਤਿ ਮੰਨ ਕੇ ਲਿਖੀ ਜਾਂਦਾ। ਸਾਖੀਆਂ ਨੂੰ ਸੱਚ ਮੰਨਦਾ, ਗੁਰਮਤਿ ਮੰਨਦਾ ਉਹਨਾਂ ਨੂੰ। ਸਾਖੀਆਂ ਨੂੰ ਗੁਰਮਤਿ ਮੰਨੀ ਜਾਂਦਾ। ਇਹ ਜਿਹਾ ਜਿਹੜਾ ਪ੍ਰਚਾਰ ਸੀ ਇਹਨਾਂ ਦਾ, ਉਹਨੇ ਕਿਹਾ ਵੀ ਇਹ ਪ੍ਰਚਾਰ ਤਾਂ ਸਾਡੇ ਕੋਲ ਚੱਲੇ ਨਹੀਂ ਸਕਦਾ। ਲਿਸ਼ਕਣ ਤੇਗਾਂ ਬਰਛੀਆਂ ਸੂਰਜ ਨਜ਼ਰ ਨਾ ਪਾਏ। ਰਾਖਸ਼ ਆਏ ਰੋਲੇ ਖੇਤ ਭਿੜਨ ਕੇ ਚਾਏ, ਚਾਅ ਨਾਲ ਆਏ। ਲਿਸ਼ਕਣ ਤੇਗਾਂ ਬਰਛੀਆਂ ਲਿਸ਼ਕਣ ਤੇਗਾਂ ਬਰਛੀਆਂ ਆਪਣੀ ਆਪਣੀ ਮੱਤ ਚਮਕਾ ਕੇ ਲੈ ਕੇ ਆਏ ਨੇ। ਉਹ ਵੀ ਪੜ ਕੇ ਆਏ ਨੇ ਨਾ, ਤਰਖੀਲਾਂ ਵਾਲੇ ਸਭ ਕੁਛ ਆਪਣੀ ਚਮਕਾ ਕੇ ਲਿਆਏ ਨੇ ਬਰਛੀਆਂ। ਸੂਰਜ ਨਜ਼ਰ ਨਾ ਪਾਏ, ਸੂਰਜ ਨੂੰ ਉੱਥੇ ਕਿੱਥੇ। ਪੌੜੀ ਦੋਹਾਂ ਕੰਧਾਰਾ ਮੂੰਹ ਜੁੜੇ ਢੋਲ ਸੰਖ ਨਗਾਰੇ ਵੱਜੇ। ਦੋਹਾਂ ਜੁੜ ਗਏ ਮੂੰਹ ਦੋਹਾਂ ਦੇ, ਆਪਣੇ ਸਾਹਮਣੇ ਚੱਲ ਪਈ ਚਰਚਾ। ਢੋਲ ਸੰਖ ਨਗਾਰੇ ਵੱਜੇ। ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸੱਜੇ। ਰਾਖਸ਼ ਵੀ ਆਏ, ਉਧਰ ਤਾਂ ਕੀਰਤਨ ਸ਼ੁਰੂ ਹੋ ਗਿਆ। ਪਹਿਲਾਂ ਕੀਰਤਨ ਕੀਤਾ ਸ਼ਬਦ ਦਾ, ਫਿਰ ਉਹਦੀ ਵਿਆਖਿਆ ਕਰਨੀ ਹੈ। ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸੱਜੇ। ਉਹ ਵੀ ਆਏ ਆਪਣੇ ਆਪਣੇ ਲੈ ਕੇ, ਉਹ ਤਰਕਸ਼ੀਲਾਂ ਵਾਲੀਆਂ ਕਿਤਾਬਾਂ ਜਿਹੜਾ ਉਹਨਾਂ ਦੇ ਲਿਖੇ ਹੋਏ ਸੀ। ਜਿਵੇਂ ਆਹ ਲਈ ਫਿਰਦੇ ਨੇ ਇਹ ਤੋਂ ਖਿਲਾਫ ਦਸੂ ਗ੍ਰੰਥ, ਉਹ ਆਪਣੇ ਚੱਕ ਲਿਆਏ। ਉਹਨਾਂ ਕੋਲ ਇਹੀ ਹੁੰਦਾ, ਉਹ ਆਪਣੀਆਂ ਚੱਕ ਲਿਆਏ। ਜੁੱਟੇ ਸਹੁਏ ਯੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ। ਜੁੱਟੇ ਸਹੁਏ ਯੁੱਧ ਨੂੰ, ਸਾਹਮਣੇ ਜੁੜ ਗਏ ਉਹ ਵੀ ਆਪਣੇ ਆਪਣੇ ਸਾਬਤ ਕਰਨ। ਯਾ ਦੇਖੋ ਆ ਲਿਖਿਆ, ਫਲਾਣੇ ਨੇ ਆ ਲਿਖਿਆ, ਢਿਮਕੇ ਨੇ ਆ ਲਿਖਿਆ। ਇੱਕ ਜਾਤ ਨਾ ਜਾਣਨ ਭੱਜੇ। ਜਿਹੜੇ ਜਾਣਦੇ ਹੀ ਨਹੀਂ ਸੀ ਭੱਜਣ, ਕਦੇ ਭੱਜੇ ਹੀ ਨਹੀਂ ਸੀ, ਉਹ ਸਾਹਮਣੇ ਡਟ ਗਏ ਉਹ ਵੀ। ਖੇਤ ਅੰਦਰ ਜੋਧੇ ਗੱਜੇ। ਖੇਤ ਅੰਦਰ ਜੋਧੇ ਗੱਜੇ। ਆਪਣੇ ਆਪਣੇ ਵਰਸ਼ਨ ਜ਼ੋਰ ਸ਼ੋਰ ਨਾਲ ਪੜਨ ਲੱਗੇ, ਦੱਸਣ ਲੱਗੇ। ਖੇਤ ਅੰਦਰ ਜੋਧੇ ਗੱਜੇ। ਖੇਤ ਅੰਦਰ, ਮੈਦਾਨ ਦੇ ਅੰਦਰ ਜੋਧੇ ਗੱਜੇ। ਆਪਣੇ ਆਪਣੇ ਦੱਸੇ ਵੀ ਆਹ ਦੇਖੋ ਫਲਾਣੇ ਦੀ ਲਿਖਤ, ਆਹ ਦੇਖੋ ਉਹਦੀ ਲਿਖਤ, ਆਹ ਦੇਖੋ ਉਹਦੀ ਲਿਖਤ। ਉਹ ਆਪਣੀ ਗੱਲ ਕਰ ਰਹੇ ਨੇ, ਇੱਧਰ ਆਪਣੀ ਗੱਲ ਹੋਊਗੀ।